7ਵੀਂ ਸ਼੍ਰੇਣੀ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਨਿੱਘਾ ਸਵਾਗਤ ਕਰਦੀ ਹਾਂ। ਜੀ ਆਇਆਂ ਨੂੰ ਆਖਦੀ ਹਾਂ। ਵਿਦਿਆਰਥੀਆਂ, ਨਵੀਂ ਉਡਾਨ ਪੰਜਾਬੀ ਪਾਠ ਪੁਸਤਕ 7 ਦਾ ਪਾਠ ਨੰਬਰ 4 ਪੜ੍ਹਨ ਜਾ ਰਹੇ ਹਾਂ। ਜਲਿਆਂਵਾਲਾ ਬਾਗ, ਜੋ ਪੰਨਾ ਨੰਬਰ 28 ਤੇ ਹੈ। ਪੁਸਤਕਾਂ ਖੋਲ੍ਹੋ ਔਰ ਸ਼ੁਰੂ ਕਰਦੇ ਹਾਂ ਪਾਠ ਦਾ ਪਠਨ ਕਰਨਾ। ਜਲਿਆਂਵਾਲੇ ਬਾਗ ਦਾ ਨਾਮ ਸਭ ਨੇ ਸੁਣਿਆ ਹੋਵੇਗਾ। ਅੰਮ੍ਰਿਤਸਰ ਵਿੱਚ ਸਥਿਤ ਹੈ ਇਹ, ਜਿਸ ਦੇ ਨਾਲ ਇੱਕ ਇਤਿਹਾਸਿਕ ਘਟਨਾ ਜੋੜੀ ਜਾਂਦੀ ਹੈ। ਇਤਿਹਾਸ ਦੇ ਵਿੱਚ ਇਸ ਘਟਨਾ ਦਾ ਵਿਸ਼ੇਸ਼ ਸਥਾਨ ਹੈ। ਅੰਗਰੇਜ਼ਾਂ ਵੱਲੋਂ ਬਹੁਤ ਤਸ਼ੱਦਦ ਕੀਤੇ ਗਏ ਸਨ ਭਾਰਤੀਆਂ ਦੇ ਉੱਪਰ, ਪਰ ਭਾਰਤੀਆਂ ਨੇ ਆਪਣੇ ਹੌਸਲੇ ਬੁਲੰਦ ਰੱਖੇ ਸਨ ਅਤੇ ਉਹ ਆਜ਼ਾਦੀ ਲਈ ਜਿਹੜਾ ਸੰਘਰਸ਼ ਉਹਨਾਂ ਨੇ ਵਿੱਢਿਆ ਸੀ, ਉਹਦੇ ਲਈ ਉਹਨਾਂ ਨੇ ਕਈ ਵਾਰ ਕਸ਼ਟ ਝੱਲੇ, ਤਸੀਹੇ ਝੱਲੇ ਔਰ ਜਾਨਾਂ ਤੱਕ ਕੁਰਬਾਨ ਕੀਤੀਆਂ। ਕੁਝ ਅਜਿਹੀ ਹੀ ਘਟਨਾ ਦਾ ਵੇਰਵਾ ਇਸ ਪਾਠ ਵਿੱਚ ਸਾਨੂੰ ਮਿਲੇਗਾ, ਜੋ ਕਿ ਜਲਿਆਂਵਾਲੇ ਬਾਗ ਵਿਖੇ ਵਾਪਰਿਆ ਸੀ। ਸੋ ਆਓ ਪੜ੍ਹਦੇ ਹਾਂ ਪਾਠ ਅਤੇ ਜਾਣਦੇ ਹਾਂ ਕਿ ਕਿੱਥੇ ਹੈ ਜਲਿਆਂਵਾਲਾ ਬਾਗ ਅਤੇ ਕੀ ਹੋਇਆ ਸੀ। ਇਤਿਹਾਸ ਸਾਰੀਆਂ ਘਟਨਾਵਾਂ ਨੂੰ ਯਾਦ ਨਹੀਂ ਰੱਖਦਾ, ਭਾਵੇਂ ਹਰ ਘਟਨਾ ਇਤਿਹਾਸ ਦਾ ਹਿੱਸਾ ਨਹੀਂ ਬਣਦੀ, ਪਰ ਇਤਿਹਾਸ ਸਿਰਫ ਉਹਨਾਂ ਘਟਨਾਵਾਂ ਨੂੰ ਯਾਦ ਰੱਖਦਾ ਹੈ ਜੋ ਇਤਿਹਾਸ ਦੇ ਰੋਹ ਨੂੰ ਬਦਲ ਦਿੰਦੀਆਂ ਹਨ। ਅਜਿਹੀਆਂ ਘਟਨਾਵਾਂ ਇਤਿਹਾਸ ਨੂੰ ਨਵੀਂ ਦਿਸ਼ਾ ਵੱਲ ਮੋੜ ਦਿੰਦੀਆਂ ਹਨ। ਇਸੇ ਲਈ ਉਹਨਾਂ ਨੂੰ ਇਤਿਹਾਸਿਕ ਘਟਨਾਵਾਂ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਸੋ ਕਹਿੰਦੇ ਸਾਰੀਆਂ ਘਟਨਾਵਾਂ ਨੂੰ ਅਸੀਂ ਨਹੀਂ ਯਾਦ ਰੱਖ ਸਕਦੇ ਇਤਿਹਾਸ ਦੇ ਵਿੱਚ, ਅਤੇ ਨਾ ਹੀ ਸਾਰੀਆਂ ਘਟਨਾਵਾਂ ਇਤਿਹਾਸ ਦਾ ਹਿੱਸਾ ਬਣਦੀਆਂ ਨੇ, ਪਰ ਕੁਝ ਕੁ ਘਟਨਾਵਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਇਤਿਹਾਸ ਦਾ ਜਿਹੜਾ ਵਤੀਰਾ ਹੈ, ਜਿਹੜਾ ਢੰਗ ਤਰੀਕਾ ਚੱਲ ਰਿਹਾ ਹੈ, ਉਸ ਨੂੰ ਬਦਲ ਦਿੰਦੀਆਂ ਨੇ। ਸੋ ਅਜਿਹੀਆਂ ਘਟਨਾਵਾਂ ਇਤਿਹਾਸ ਨੂੰ ਇੱਕ ਨਵੀਂ ਦਿਸ਼ਾ, ਇੱਕ ਨਵੀਂ ਸੇਧ ਦੇ ਦਿੰਦੀਆਂ ਨੇ। ਸੋ ਉਹਨਾਂ ਨੂੰ ਯਾਦ ਰੱਖਣਾ ਵੀ ਬਣਦਾ ਹੈ। ਇਤਿਹਾਸ ਵਿੱਚ ਅਜਿਹੀਆਂ ਇਤਿਹਾਸਿਕ ਘਟਨਾਵਾਂ ਦੀ ਗਿਣਤੀ ਤਾਂ ਬਹੁਤੀ ਨਹੀਂ ਹੁੰਦੀ, ਪਰੰਤੂ ਇਹਨਾਂ ਦਾ ਮਹੱਤਵ ਸਭ ਤੋਂ ਵੱਧ ਹੁੰਦਾ ਹੈ। ਜਲਿਆਂਵਾਲਾ ਬਾਗ ਦੀ ਘਟਨਾ ਵੀ ਅਜਿਹੀ ਹੀ ਇੱਕ ਇਤਿਹਾਸਿਕ ਘਟਨਾ ਸੀ, ਜੋ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਖੇ ਵਾਪਰੀ। ਸੋ ਇਹਨਾਂ ਇਤਿਹਾਸਿਕ ਘਟਨਾਵਾਂ ਦੇ ਵਿੱਚੋਂ ਵੇਰਵਾ ਦੇ ਦਿੱਤਾ ਹੈ ਜਲਿਆਂਵਾਲੇ ਬਾਗ ਦੀ ਘਟਨਾ ਦਾ, ਜੋ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਖੇ ਵਾਪਰੀ ਹੈ। 13 ਅਪ੍ਰੈਲ ਨੂੰ ਤੁਹਾਨੂੰ ਛੁੱਟੀ ਹੁੰਦੀ ਹੈ। ਪਤਾ ਹੈ ਤੁਹਾਨੂੰ ਸਭ ਨੂੰ ਕਿ ਪੰਜਾਬ ਦੇ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਵਿਸਾਖ ਮਹੀਨੇ ਦੀ ਪਹਿਲੀ ਤਰੀਕ ਹੁੰਦੀ ਹੈ। ਸੋ ਵਿਸਾਖੀ ਦਾ ਤਿਉਹਾਰ ਜਿਹੜਾ ਕਿਰਸਾਨੀ ਨਾਲ ਸੰਬੰਧਿਤ ਹੈ, ਇਸ ਤਿਉਹਾਰ ਦਾ ਵਿਸ਼ੇਸ਼ ਚਾਅ ਹੁੰਦਾ ਹੈ। ਸੋ ਉਸੇ ਦਿਨ ਇਹ ਘਟਨਾ ਵਾਪਰੀ ਸੀ 1919 ਈਸਵੀ ਵਿੱਚ। ਪਿਛਲੇ 2 ਸਾਲਾਂ ਤੋਂ ਭਾਰਤ ਉੱਪਰ ਬਰਤਾਨਵੀ ਹਕੂਮਤ ਦਾ ਰਾਜ ਸੀ। ਬਰਤਾਨਵੀ ਬ੍ਰਿਟਿਸ਼ਨਸ ਦਾ ਰਾਜ ਚੱਲ ਰਿਹਾ ਸੀ। ਭਾਰਤ, ਜੋ ਪਹਿਲਾਂ ਬਰਤਾਨੀਆ ਦੀ ਇੱਕ ਵਪਾਰਕ ਕੰਪਨੀ ਈਸਟ ਇੰਡੀਆ ਕੰਪਨੀ ਦੇ ਅਧੀਨ ਸੀ, 1857 ਈਸਵੀ ਦੇ ਗਦਰ ਤੋਂ ਬਾਅਦ ਸਿੱਧਾ ਬਰਤਾਨੀਆ ਦੀ ਹਕੂਮਤ ਦੇ ਅਧਿਕਾਰ ਖੇਤਰ ਵਿੱਚ ਚਲਾ ਗਿਆ ਸੀ। ਭਾਰਤ ਨੂੰ ਹੁਣ ਕਿਸੇ ਅਜਿਹੇ ਸਰਕਾਰੀ ਪ੍ਰਬੰਧ ਦੀ ਲੋੜ ਸੀ ਜੋ ਦੇਸ਼ ਵਿੱਚ ਭਾਰਤੀ ਰਾਜ ਪ੍ਰਬੰਧ ਦੀ ਪ੍ਰਣਾਲੀ ਸਥਾਪਿਤ ਕਰ ਸਕੇ। ਇੱਕ ਪਾਸੇ ਬਰਤਾਨਵੀ ਸਰਕਾਰ ਕੁਝ ਅਜਿਹੇ ਪ੍ਰਬੰਧ ਕਰਨ ਦੇ ਵਾਅਦੇ ਕਰ ਰਹੀ ਸੀ, ਦੂਜੇ ਪਾਸੇ ਭਾਰਤੀ ਦੇਸ਼ ਭਗਤਾਂ ਦੀ ਇੱਕ ਸਫ਼ ਭਾਰਤ ਦੀ ਆਜ਼ਾਦੀ ਦੀ ਲੜਾਈ ਲੜ ਰਹੀ ਸੀ। ਸੋ ਤਕਰੀਬਨ 200 ਸਾਲਾਂ ਤੋਂ ਭਾਰਤ ਦੇ ਉੱਤੇ ਰਾਜ ਚੱਲ ਰਿਹਾ ਸੀ ਬਰਤਾਨੀਆ ਦਾ, ਜੋ ਕਿ ਇੱਕ ਵਪਾਰਕ ਕੰਪਨੀ ਵਜੋਂ ਆਈ ਸੀ ਔਰ ਇੱਥੇ ਵਪਾਰ ਕਰਨ ਦੇ ਮਕਸਦ ਨਾਲ ਆ ਕੇ ਇੱਥੇ ਰਾਜ ਕਰਨ ਲੱਗ ਪਈ। 1857 ਦੇ ਵਿੱਚ ਜਦੋਂ ਬਗਾਵਤ ਸ਼ੁਰੂ ਹੋਈ ਹੈ, ਗਦਰ ਸ਼ੁਰੂ ਹੋਇਆ ਹੈ, ਇਸ ਹਕੂਮਤ ਦੀ ਵਿਰੋਧਤਾ ਕੀਤੀ ਹੈ। ਉਸ ਤੋਂ ਬਾਅਦ ਫਿਰ ਭਾਰਤ ਦੇ ਵਿੱਚ ਕਿਸੇ ਅਜਿਹੇ ਸਰਕਾਰੀ ਪ੍ਰਬੰਧ ਦੀ ਲੋੜ ਸੀ ਜਿਹੜਾ ਦੇਸ਼ ਦੇ ਵਿੱਚ ਭਾਰਤੀ ਰਾਜ ਪ੍ਰਬੰਧ ਦੀ ਪ੍ਰਣਾਲੀ, ਜਿਹੜੀ ਵਿਧੀ ਹੈ, ਸਿਸਟਮ ਹੈ ਜਿਹੜਾ, ਉਹਨੂੰ ਸਥਾਪਿਤ ਕਰ ਸਕੇ, ਸਹੀ ਤਰੀਕੇ ਨਾਲ ਚਲਾ ਸਕੇ। ਹੁਣ ਇੱਕ ਪਾਸੇ ਬਰਤਾਨਵੀ ਸਰਕਾਰ ਬੜੇ ਵਾਅਦੇ ਕਰ ਰਹੀ ਸੀ ਅਤੇ ਦੂਜੇ ਪਾਸੇ ਇੱਕ ਧੜਾ ਸੀ ਲੋਕਾਂ ਦਾ, ਜਿਹੜੇ ਕਿ ਆਜ਼ਾਦੀ ਦੀ ਲੜਾਈ ਲਈ ਅੱਗੇ ਆਏ ਸਨ। ਪਹਿਲੀ ਸੰਸਾਰ ਜੰਗ ਦੇ ਖਤਮ ਹੋਣ ਤੋਂ ਬਾਅਦ ਬਰਤਾਨੀਆ ਦੀ ਹਕੂਮਤ ਨੇ ਭਾਰਤ ਲਈ ਰੋਲੈਟ ਐਕਟ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਦਾ ਭਾਰਤ ਵਿੱਚ ਚਾਰੇ ਪਾਸਿਆਂ ਤੋਂ ਵਿਰੋਧ ਹੋ ਰਿਹਾ ਸੀ।
ਇਹ ਐਕਟ ਇੱਕ ਅਜਿਹਾ ਕਾਨੂੰਨ ਸੀ ਜਿਸ ਨੂੰ ਭਾਰਤੀਆਂ ਨੇ ਕਾਲਾ ਕਾਨੂੰਨ ਕਹਿ ਕੇ ਨਕਾਰ ਦਿੱਤਾ ਸੀ। ਰੋਲੈਟ ਐਕਟ ਸ਼ੁਰੂ ਕੀਤਾ ਗਿਆ ਸੀ, ਜਿਹਨੂੰ ਭਾਰਤੀ ਮੰਨਣ ਤੋਂ ਇਨਕਾਰ ਕਰ ਰਹੇ ਸਨ ਕਿ ਅਸੀਂ ਇਹਨੂੰ ਨਹੀਂ ਐਕਸੈਪਟ ਕਰਦੇ। ਇਸ ਕਾਨੂੰਨ ਨੂੰ ਭਾਰਤ ਵਿੱਚ ਅੰਗਰੇਜ਼ੀ ਸਰਕਾਰ ਦੇ ਹੋ ਰਹੇ ਵਿਰੋਧ ਨੂੰ ਦਬਾਉਣ ਵਾਸਤੇ ਹੀ ਲਿਆਂਦਾ ਗਿਆ ਸੀ। ਇਸ ਨਵੇਂ ਕਾਨੂੰਨ ਅਨੁਸਾਰ ਭਾਰਤ ਵਿੱਚ ਐਮਰਜੈਂਸੀ ਵਰਗੀ ਹਾਲਤ ਲਾਗੂ ਰਹਿਣੀ ਸੀ, ਜਿਸ ਵਿੱਚ ਕਿਸੇ ਨੂੰ ਵੀ ਬਿਨਾਂ ਵਾਰੰਟ ਫੜ ਕੇ ਕੈਦ ਕਰਨ, ਗੁਪਤ ਮੁਕੱਦਮਾ ਚਲਾਉਣ, ਬਿਨਾਂ ਗਵਾਹੀਆਂ ਦੇ ਸਜ਼ਾ ਦੇਣ ਦੀ ਵਿਵਸਥਾ ਸੀ। ਅੰਗਰੇਜ਼ੀ ਰਾਜ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਨ ਦਾ ਵੀ ਕਿਸੇ ਨੂੰ ਅਧਿਕਾਰ ਨਹੀਂ ਸੀ ਹੋਣਾ ਤੇ ਅਜਿਹਾ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਨੂੰ ਜੇਲ੍ਹ ਵਿੱਚ ਸੁੱਟਣ ਦਾ ਅਧਿਕਾਰ ਅੰਗਰੇਜ਼ ਸਰਕਾਰ ਨੂੰ ਮਿਲ ਜਾਣਾ ਸੀ। ਹੁਣ ਬਿਨਾਂ ਵਾਰੰਟ ਤੋਂ ਹੀ, ਬਿਨਾਂ ਕੋਈ ਵਾਰੰਟ ਕੱਢਿਆਂ, ਆਦੇਸ਼ ਪੱਤਰ ਜਾਰੀ ਕੀਤਿਆਂ, ਕੋਈ ਆਰਡਰ ਦਿੱਤੇ ਬਿਨਾਂ ਹੀ ਕੀ ਸੀ ਕਿ ਕਿਸੇ ਨੂੰ ਵੀ ਫੜ ਕੇ ਅੰਦਰ ਕਰ ਸਕਦੇ ਸੀ ਕੈਦ। ਸੋ ਕੋਈ ਵੀ ਅਜਿਹੀ ਸੁਵਿਧਾ ਨਹੀਂ ਸੀ, ਪ੍ਰਬੰਧ ਨਹੀਂ ਸੀ, ਕੋਈ ਇੰਤਜ਼ਾਮ ਅਜਿਹਾ ਨਹੀਂ ਸੀ ਹੈਗਾ ਜਿਹਦੇ ਵਿੱਚ ਕੋਈ ਗਵਾਹੀ ਵੀ ਦੇ ਸਕੇ। ਸੋ ਇਹ ਗਲਤ ਨੀਤੀਆਂ ਸੀ ਜਿਹਦਾ ਵਿਰੋਧ ਕਰਨ ਦਾ ਵੀ ਅਧਿਕਾਰ ਨਹੀਂ ਸੀ ਕਿਸੇ ਨੂੰ ਹੋਣਾ। ਦੇਸ਼ ਵਿੱਚ ਇਸ ਕਾਨੂੰਨ ਦਾ ਵਿਆਪਕ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਸੀ ਤੇ ਇਸ ਸੰਬੰਧ ਵਿੱਚ ਥਾਂ-ਥਾਂ ਜਲਸੇ, ਮੀਟਿੰਗਾਂ ਤੇ ਪ੍ਰਦਰਸ਼ਨ ਹੋ ਰਹੇ ਸਨ। ਬਰਤਾਨਵੀ ਹਕੂਮਤ ਭਾਰਤੀ ਦੇਸ਼ ਭਗਤਾਂ ਦੀ ਸਰਵਈ ਉੱਪਰ ਬੁਖਲਾਈ ਹੋਈ ਸੀ। ਸਰਕਾਰ ਵੱਲੋਂ ਪੁਲਿਸ ਤੇ ਫੌਜ ਦੀ ਮਦਦ ਨਾਲ ਅਜਿਹੇ ਹਰ ਵਿਰੋਧ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਬੋਖਲਾਈ ਸੀ, ਘਬਰਾਹਟ ਦੀ ਹਾਲਤ ਵਿੱਚ ਸੀਗੇ। ਸੋ ਥਾਂ-ਥਾਂ ਤੇ ਜਲਸੇ, ਮੀਟਿੰਗਾਂ, ਜਲੂਸ, ਪ੍ਰਦਰਸ਼ਨ ਹੋ ਰਹੇ ਸਨ। ਪੰਜਾਬ ਵਿੱਚ ਵਿਸਾਖੀ ਦਾ ਤਿਉਹਾਰ ਇੱਕ ਪਰਵ, ਇੱਕ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਲੋਕ ਧਾਰਮਿਕ ਥਾਵਾਂ ਉੱਪਰ ਇਸ ਦਿਨ ਦੇ ਸੰਬੰਧ ਵਿੱਚ ਵੱਡੇ ਪੱਧਰ ਉੱਪਰ ਜੁੜਦੇ ਹਨ ਤੇ ਧਾਰਮਿਕ ਭਾਵਨਾ ਨਾਲ ਇਸ਼ਨਾਨ ਕਰਦੇ ਹਨ। ਇਸ ਤਰ੍ਹਾਂ ਦਾ ਇੱਕ ਮੇਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਲੱਗਦਾ ਹੈ, ਜਿਸ ਦਿਨ ਵੱਡੀ ਗਿਣਤੀ ਵਿੱਚ ਲੋਕ ਹੁਮਾ ਕੇ ਪਹੁੰਚਦੇ ਹਨ। ਉਸ ਸਾਲ ਵੀ ਅੰਮ੍ਰਿਤਸਰ ਵਿੱਚ ਕੁਝ ਅਜਿਹਾ ਹੀ ਮਾਹੌਲ ਸੀ। ਬਹੁ ਗਿਣਤੀ ਦੇ ਵਿੱਚ ਲੋਕ ਅੰਮ੍ਰਿਤਸਰ ਵਿਖੇ ਪਹੁੰਚੇ ਸਨ। ਲੋਕ ਵਿਸਾਖੀ ਮਨਾਉਣ ਲਈ ਅੰਮ੍ਰਿਤਸਰ ਵਿਖੇ ਇਕੱਠੇ ਹੋ ਰਹੇ ਸਨ। ਸ਼੍ਰੀ ਦਰਬਾਰ ਸਾਹਿਬ ਵਿੱਚ ਵੀ ਕਾਫੀ ਚਹਿਲ ਪਹਿਲ ਸੀ, ਰੌਣਕ ਸੀ। ਸਿੱਖਾਂ ਵਾਸਤੇ ਵੈਸੇ ਵੀ ਇਸ ਦਿਨ ਦੀ ਮਹੱਤਤਾ ਹੋਰ ਦਿਨਾਂ ਨਾਲੋਂ ਕੁਝ ਜ਼ਿਆਦਾ ਹੈ। ਵਿਸਾਖੀ ਵਿਸਾਖ ਮਹੀਨੇ ਦਾ ਪਹਿਲਾ ਦਿਨ ਹੀ ਨਹੀਂ, ਸਗੋਂ ਖਾਲਸੇ ਦਾ ਜਨਮ ਦਿਹਾੜਾ ਵੀ ਹੈ। ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਪਾਠ ਦੇ ਸ਼ੁਰੂ ਦੇ ਵਿੱਚ ਹੀ ਕਿ ਦਰਬਾਰ ਸਾਹਿਬ ਵਿਖੇ ਕਾਫੀ ਰੌਣਕ ਸੀ। ਸੋ ਇਹ ਪਹਿਲਾ ਦਿਨ ਹੁੰਦਾ ਹੈ ਵਿਸਾਖ ਮਹੀਨੇ ਦਾ, ਜਿਸ ਦਿਨ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇੱਕ ਤਾਂ ਪਹਿਲਾ ਦਿਨ ਹੈ ਵਿਸਾਖ ਦਾ ਤੇ ਦੂਜਾ ਖਾਲਸੇ ਦਾ ਜਨਮ ਦਿਹਾੜਾ ਵੀ ਹੈ। ਖਾਲਸਾ ਪੰਥ ਦੀ ਸਾਜਨਾ ਵੀ ਹੋਈ ਸੀ। ਸੋ ਬਹੁਤ ਹੁਮਾ ਕੇ ਲੋਕ ਇਸ ਤਿਉਹਾਰ ਨੂੰ ਮਨਾਉਂਦੇ ਹਨ। ਜਲਿਆਂਵਾਲਾ ਬਾਗ ਸ਼੍ਰੀ ਦਰਬਾਰ ਸਾਹਿਬ ਤੋਂ ਕੁਝ ਕਦਮਾਂ ਦੀ ਵਿੱਥ ਉੱਪਰ ਹੈ। ਜਿਹੜੇ ਤੁਹਾਡੇ ਚੋਂ ਗਏ ਹੋਣਗੇ ਅੰਮ੍ਰਿਤਸਰ, ਉਹਨਾਂ ਨੇ ਵੇਖਿਆ ਹੋਏਗਾ, ਉਹਨਾਂ ਨੂੰ ਪਤਾ ਹੋਏਗਾ ਕਿ ਜਲਿਆਂਵਾਲਾ ਬਾਗ ਕਿੱਥੇ ਕੁ ਹੈ। ਦਰਬਾਰ ਸਾਹਿਬ ਤੋਂ ਕੁਝ ਹੀ ਕਦਮਾਂ ਦੀ ਵਿੱਥ ਤੇ ਹੈ, ਥੋੜਾ ਹੀ ਦੂਰ ਹੈ, ਵਾਕਿੰਗ ਡਿਸਟੈਂਸ ਤੇ ਹੈ। ਲੋਕ ਅਕਸਰ ਇੱਥੇ ਆਰਾਮ ਕਰਨ ਲਈ ਰੁਕ ਜਾਇਆ ਕਰਦੇ ਸਨ। ਉਧਰ ਰੋਲੈਟ ਐਕਟ ਦਾ ਵਿਰੋਧ ਕਰਨ ਲਈ ਕਾਂਗਰਸ ਵੱਲੋਂ ਇੱਕ ਆਮ ਹੜਤਾਲ 30 ਮਾਰਚ 1919 ਨੂੰ ਕੀਤੀ ਜਾਣੀ ਸੀ, ਪਰ ਕੁਝ ਕਾਰਨਾਂ ਕਰਕੇ ਹੁਣ ਇਸ ਦੀ ਮਿਤੀ ਬਦਲ ਕੇ 6 ਅਪ੍ਰੈਲ ਕਰ ਦਿੱਤੀ ਗਈ ਸੀ। ਦਿੱਲੀ ਵਿੱਚ ਹੋਈ ਹੜਤਾਲ ਦੌਰਾਨ ਅਹਿੰਸਾ ਦੀਆਂ ਕੁਝ ਘਟਨਾਵਾਂ ਦੀ ਚਰਚਾ ਵੀ ਚੱਲ ਰਹੀ ਸੀ। ਪੰਜਾਬ ਵਿੱਚ ਵੀ ਇਸ ਦਾ ਅਸਰ ਦੇਖਿਆ ਜਾ ਰਿਹਾ ਸੀ। ਲੋਕਾਂ ਅੰਦਰ ਇੱਕ ਵਿਆਪਕ ਗੁੱਸੇ ਦੀ ਲਹਿਰ ਸੀ। ਸੋ ਇਹ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀਗਾ ਰੋਲੈਟ ਐਕਟ ਦਾ, ਜਿਹਦੇ ਕਰਕੇ ਜਗ੍ਹਾ ਜਗ੍ਹਾ ਤੇ ਹੜਤਾਲਾਂ, ਮੀਟਿੰਗਾਂ ਚੱਲ ਰਹੀਆਂ ਸਨ। ਸੋ ਅੱਗੇ ਇਸ ਤੋਂ ਬਾਅਦ ਕੀ ਹੁੰਦਾ ਹੈ ਆਪਾਂ ਕੱਲ੍ਹ ਫਿਰ ਪੜ੍ਹਾਂਗੇ। ਅੱਜ ਤੱਕ ਲਈ ਇੰਨਾ ਹੀ, ਧੰਨਵਾਦ।